ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਜੈ ਹਿੰਦ, ਜੈ ਭਾਰਤ। ਤੁਹਾਡੇ ਸਾਰਿਆਂ ਦਾ ਸਵਾਗਤ ਹੈ ਆਪਣੇ ਇਸ ਚੈਨਲ ਦੇ ਉੱਤੇ, ਜਿੱਥੇ ਆਪਾਂ ਅੱਜ ਡਿਸਕਸ ਕਰਾਂਗੇ ਆਪਣੀ ਸੀਰੀਜ਼ ਥਰਡ ਹੈਗੀ ਹੈ। ਅਤੇ ਤੁਹਾਨੂੰ ਪਤਾ ਹੈਗਾ ਆਪਾਂ ਜਿਹੜਾ 500 MCQ ਜਿਹੜੇ ਕਰਨੇ ਨੇ, ਅਤੇ ਅੱਗੇ ਵਾਲੇ 10 ਕੁਐਸਚਨ ਆਪਾਂ ਵੇਖਾਂਗੇ। ਉਹਦੇ ਵਿੱਚ ਕੀ ਚੀਜ਼ਾਂ ਆ ਸਕਦੀਆਂ ਨੇ, ਕਿਹੜੇ ਕੁਐਸਚਨ ਨੇ ਜਿਹੜੇ ਆਪਾਂ ਤੋਂ ਪੁੱਛੇ ਜਾ ਸਕਦੇ ਆ, ਉਹ ਆਪਾਂ ਡਿਸਕਸ ਕਰਨ ਲਈ ਆਏ ਹਾਂ ਇੱਥੇ। ਅਤੇ ਤੁਹਾਡੇ ਸਾਹਮਣੇ ਜਿਵੇਂ ਆਪਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਸਾਰੇ ਮੈਪ ਨਾਲ ਅਤੇ ਇਮੇਜ ਨਾਲ ਆਪਾਂ ਸਾਰੀ ਚੀਜ਼ਾਂ ਡਿਸਕਸ ਕਰਦੇ ਹੁੰਦੇ ਹਾਂ, ਅਤੇ ਹੁਣ ਵੀ ਆਪਾਂ ਆਹੀ ਵੇਖਾਂਗੇ। ਚਲੀਏ, ਪਹਿਲਾ ਕੁਐਸਚਨ ਅੱਜ ਯਾਨੀ ਕਿ 21 ਨੰਬਰ ਕੁਐਸਚਨ ਹੈਗਾ, ਕਿਉਂਕਿ 20 ਕੁਐਸਚਨ ਆਲਰੇਡੀ ਆਪਾਂ ਕਰ ਚੁੱਕੇ ਹਾਂ। ਕਿ ਹੇਠ ਲਿਖੇ ਵਿੱਚੋਂ ਕਿਹੜਾ ਕ੍ਰਾਂਤੀਕਾਰੀ ਲਾਹੌਰ ਜੇਲ੍ਹ ਵਿੱਚ ਭੁੱਖ ਹੜਤਾਲ ਕਾਰਨ ਮਰਿਆ, ਯਾਨੀ ਕਿ ਭੁੱਖ ਹੜਤਾਲ ਕਾਰਨ ਜਿਹੜਾ ਸ਼ਹੀਦ ਹੋ ਗਿਆ ਸੀ ਉਹ ਕ੍ਰਾਂਤੀਕਾਰੀ ਕਿਹੜਾ ਸੀਗਾ, ਉਹ ਆਪਾਂ ਦੱਸਣਾ ਹੈ ਨਾ। ਜਿਵੇਂ ਕਿਸ਼ੋਰੀ ਲਾਲ, ਜਤਿਨ ਦਾਸ, ਲਾਲਾ ਲਾਜਪਤ ਰਾਏ ਜਾਂ ਫਿਰ ਮਦਨ ਲਾਲ ਧੀਂਗੜਾ ਸੀਗੇ। ਅਤੇ ਇਹਦਾ ਰਾਈਟ ਆਨਸਰ ਜਿਹੜਾ ਹੈਗਾ ਉਹ ਕੀ ਹੈ, ਉਹ ਹੈ ਆਪਣਾ ਜਤਿਨ ਦਾਸ। ਜੀ ਹਾਂ, ਜਤਿੰਦਰ ਨਾਥ ਦਾਸ ਵੀ ਇਹਨਾਂ ਨੂੰ ਕਹਿੰਦੇ ਸੀ, ਠੀਕ ਹੈ, ਜਿਹੜੇ ਕੀ ਹੈ ਉੱਥੇ ਭੁੱਖ ਹੜਤਾਲ ਨਾਲ ਕਾਰਨ ਜਿਹੜਾ ਹੈ ਯਾਨੀ ਕਿ ਉਹ ਸ਼ਹੀਦ ਹੋ ਗਏ ਸੀ। ਕਿਉਂਕਿ ਜਿਹੜਾ ਸਲੂਕ ਉੱਥੇ ਜਿੰਨੇ ਵੀ ਕੈਦੀ ਸੀਗੇ ਉਹਨਾਂ ਨਾਲ ਜਿਹੜਾ ਸਲੂਕ ਹੋ ਰਿਹਾ ਸੀ, ਉਹਨੂੰ ਵੇਖਦੇ ਹੋਏ ਇਹਨਾਂ ਨੇ ਕੀ ਹੈ ਭੁੱਖ ਹੜਤਾਲ ਕੀਤੀ ਸੀ। ਅਤੇ 63 ਦਿਨਾਂ ਦੀ ਭੁੱਖ ਹੜਤਾਲ ਇਹਨਾਂ ਦੀ ਰਹੀ ਸੀ, ਅਤੇ ਉਦੋਂ ਬਾਅਦ ਇਹਨਾਂ ਦੀ ਉੱਥੇ ਡੈਥ ਹੋ ਗਈ ਸੀ। ਕੀ ਨਾਮ ਸੀਗਾ? ਜਤਿੰਦਰ ਨਾਥ ਦਾਸ ਕਹਿੰਦੇ ਸੀ ਇਹਨਾਂ ਨੂੰ, ਜਤਿੰਦਰ ਦਾਸ ਵੀ ਕਹਿੰਦੇ ਨੇ। ਜਿਵੇਂ ਤੁਹਾਡੇ ਸਾਹਮਣੇ ਦਿੱਤਾ ਗਿਆ ਜਤਿੰਦਰ ਨਾਥ ਦਾਸ, ठीक है, वॉज ग्रेट इंडियन फ्रीडम फाइटर एंड रिवोल्यूशनरी थे, ठीक है। 1929 को ही वॉज अरेस्टेड फॉर लाहौर, यानी कि कॉन्स्पिरेसी जो हुई थी, केस हुआ था, उसके अंदर इनको इन्हों जेल की गई सी, लाहौर जेल ਦੇ ਵਿੱਚ ਰੱਖਿਆ ਗਿਆ ਸੀ। ਉੱਥੇ ਇਹਨਾਂ ਨੇ ਵੇਖਿਆ ਵੀ ਉੱਥੇ ਕੰਡੀਸ਼ਨ ਜਿਹੜੇ ਇੰਡੀਅਨ ਸੀਗੇ ਜਿੰਨੇ ਵੀ, ਅਤੇ ਉਹਨਾਂ ਦੀ ਕੰਡੀਸ਼ਨ ਬਹੁਤ ਖਰਾਬ ਸੀਗੀ। ਉਹਨੂੰ ਵੇਖਦੇ ਹੋਏ ਇਹਨਾਂ ਨੇ ਕੀ ਕੀਤਾ, ਉੱਥੇ ਭੁੱਖ ਹੜਤਾਲ ਕੀਤੀ, ਅਤੇ 63 ਯਾਨੀ ਕਿ 63 ਦਿਨਾਂ ਦੀ ਭੁੱਖ ਹੜਤਾਲ ਰਹੀ ਸੀ। ਉਦੋਂ ਬਾਅਦ ਇਹ ਜਿਹੜੇ ਸੀਗੇ ਯਾਨੀ ਕਿ 13 ਸੈਪਟੈਂਬਰ 1929 ਨੂੰ ਜਿਹੜੇ ਸ਼ਹੀਦ ਹੋ ਗਏ ਸੀ। ਅਤੇ ਨਾ ਕੀ ਸੀਗਾ ਜਤਿੰਦਰ ਨਾਥ ਦਾਸ, ਉਹਨਾਂ ਦਾ ਬਰਥਡੇ ਜੋ ਹੈ ਉਹ ਹੋਇਆ ਸੀ 27 ਅਕਤੂਬਰ 1904 ਦੇ ਵਿੱਚ। ਕਲੀਅਰ ਹੈ? ਤੁਸੀਂ ਇਹ ਗੱਲਾਂ ਸਾਰੀ ਜਿਹੜੀ ਹੈਗੀ ਇਹ ਧਿਆਨ ਰੱਖਣੀ ਹੈ। ਚਲਿਏ ਅੱਗੇ ਚੱਲਦੇ ਹਾਂ, ਨੈਕਸਟ ਦੇਖਦੇ ਹਾਂ। ਜੀ ਹਾਂ, ਇੱਥੇ ਆਪਾਂ ਨੂੰ ਦਿੱਤਾ ਵੀ ਗਿਆ ਹੈ, ਇਹ ਫਰੀडम फाइटर ਸੀਗੇ, ਠੀਕ ਹੈ। ਇਹਨਾਂ ਨੇ ਜਿਹੜਾ ਮਤਲਬ ਹਮ ਕਹਿ ਸਕਦੇ ਹਾਂ ਇੱਕ ਤਰ੍ਹਾਂ ਦਾ ਜੋ ਜੁਆਇਨ ਕੀਤਾ ਸੀ 17 ਦੇ ਏਜ ਇਹਨਾਂ ਦੀ ਸੀਗੀ, ਉਹ ਤੋਂ ਇਹ ਜਿਹੜੇ ਹੈ ਆ ਗਏ ਸੀ ਲੜਨ ਵਾਸਤੇ ਅੰਗਰੇਜ਼ਾਂ ਨਾਲ ਕਿ ਸਾਨੂੰ ਆਜ਼ਾਦ ਕਰੋ, ਹੈ ਨਾ। ਅਤੇ ਕਹਿ ਸਕਦੇ ਹਾਂ ਕਿ ਇਹ ਅਲੱਗ-ਅਲੱਗ ਇਹਨਾਂ ਨੇ ਆਪਣੀ ਭੂਮਿਕਾ ਜਿਹੜੀ ਹੈਗੀ ਉਹ ਨਿਭਾਈ ਹੈ, ਉਹ ਵੀ ਆਪਾਂ ਧਿਆਨ ਰੱਖਣੀ ਹੈ। ਚਲਿਏ ਅੱਗੇ ਨੈਕਸਟ ਕੁਐਸਚਨ ਆਪਣੇ ਵਿੱਚ ਦਿੱਤਾ ਗਿਆ ਹੈ ਕਿ ਇੰਡੀਅਨ ਨੈਸ਼ਨਲ ਕਾਂਗਰਸ ਜਿਹੜੀ ਸੀਗੀ ਉਹਦੇ ਸੰਸਥਾਪਕ ਕੌਣ ਸੀ, ਹੈ ਨਾ। ਸੰਸਥਾਪਕ ਦੀ ਗੱਲ ਹੋ ਰਹੀ ਹੈ ਇੱਥੇ। ਆਪਾਂ ਗੱਲ ਕਰੀਏ ਸੰਸਥਾਪਕ ਦੀ, ਤਾਂ ਧਿਆਨ ਰੱਖਣਾ ਤੁਸੀਂ ਵੀ ਮਹਾਤਮਾ ਗਾਂਧੀ ਸੀਗੇ, ਠੀਕ ਹੈ, ਜਾਂ ਫਿਰ ਐਲਨ ਓਕਟਾਵੀਅਨ ਹਿਊਮ ਸੀਗੇ, ਜਾਂ ਫਿਰ ਜਵਾਹਰ ਲਾਲ ਨਹਿਰੂ ਸੀ, ਠੀਕ ਹੈ, ਜਾਂ ਫਿਰ ਆਪਣੇ ਕੋਲ ਦਿੱਤਾ ਗਿਆ ਹੈ ਵੋਮੇਸ਼ ਚੰਦਰ ਬੈਨਰਜੀ ਸੀਗੇ। ਅਤੇ ਇਹਦਾ ਰਾਈਟ ਆਨਸਰ ਜਿਹੜਾ ਹੈਗਾ ਉਹ ਆਪਣਾ ਕੀ ਆਊਗਾ, ਐਨਲ ਓਕਟਾਵੀਅਨ ਹਿਊਮ ਜਿਹੜੇ ਸੀਗੇ ਉਹ ਸੀਗੇ। ਧਿਆਨ ਰੱਖਣਾ ਤੁਸੀਂ ਜਿੱਥੇ ਦਿੱਤਾ ਗਿਆ ਹੈ ਨਾ, ਕੀ ਹੈ ਐਨਲ ਓਕਟਾਵੀਅਨ ਹਿਊਮ INC ਦੇ ਸੰਸਥਾਪਕ ਸੀਗੇ। ਜੇ ਪਹਿਲਾ ਇਹਦਾ ਤੁਹਾਨੂੰ ਪੁੱਛਿਆ ਜਾਵੇ ਪ੍ਰੈਜ਼ੀਡੈਂਟ ਕੌਣ ਬਣਿਆ ਸੀ, ਅਤੇ ਪ੍ਰੈਜ਼ੀਡੈਂਟ ਜਿਹੜੇ ਸੀਗੇ ਨਾ ਇਹ ਫਸਟ ਪ੍ਰੈਜ਼ੀਡੈਂਟ ਬਣੇ ਸੀ। ਆਹ ਤੁਸੀਂ ਧਿਆਨ ਰੱਖਣਾ ਹੈ ਨਾ। INC ਦੇ ਪਹਿਲੇ ਪ੍ਰੈਜ਼ੀਡੈਂਟ ਕੌਣ ਬਣੇ ਸੀ? ਉਮੇਸ਼ ਚੰਦਰ ਬੈਨਰਜੀ ਬਣੇ ਸੀ, ਜਿਨ੍ਹਾਂ ਨੂੰ ਉਮੇਸ਼ ਚੰਦਰ ਬੈਨਰਜੀ ਵੀ ਕਿਹਾ ਜਾਂਦਾ ਹੈ, ਠੀਕ ਹੈ। ਆਪ ਤੁਸੀਂ ਧਿਆਨ ਰੱਖਣਾ ਹੈ। ਜਿਵੇਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਗੱਲ ਕਰੀਏ ਤਾਂ ਕੁਛ ਚੀਜ਼ਾਂ ਜਿਹੜੀ ਆਪਾਂ ਧਿਆਨ ਰੱਖਣੀ ਹੈ ਨਾ। 28 ਦਸੰਬਰ 1885 ਨੂੰ ਫਾਊਂਡੇਸ਼ਨ ਹੋਇਆ ਸੀ, ਠੀਕ ਹੈ। ਅਤੇ ਫਾਊਂਡੇਸ਼ਨ ਕਿੱਥੇ ਹੋਇਆ ਸੀ? ਅਤੇ ਗੋਕੁਲ ਦਾਸ ਤੇਜਪਾਲ ਸੰਸਕ੍ਰਿਤ ਕਾਲਜ ਵਿੱਚ ਬੰਬੇ ਦੇ ਵਿੱਚ ਇਹਦਾ ਫਾਊਂਡੇਸ਼ਨ ਹੋਇਆ ਸੀ। ਕਿਹਦੀ ਹੈਲਪ ਨਾਲ? ਅਤੇ ਉਹ ਹਿਊਮ ਜਿਹੜੇ ਸੀਗੇ, ਹੈ ਨਾ, ਇਹਨਾਂ ਦੀ ਯਾਨੀ ਹੈਲਪ ਨਾਲ ਇਹਨੂੰ ਸਥਾਪਿਤ ਕੀਤਾ ਗਿਆ ਸੀ। ਅਤੇ ਇੰਡੀਅਨ ਨੈਸ਼ਨਲ ਕਾਂਗਰਸ ਜੋ ਹੈ ਉਹ ਨਾਂ ਕਿਹਨੇ ਦਿੱਤਾ ਸੀ, ਹੈ ਨਾ, ਉਹ ਨਾਂ ਤੁਹਾਨੂੰ ਪੁੱਛਿਆ ਯਾਦ ਰੱਖਣਾ ਹੈ। ਦਬਾਬੀ ਨਾਉਰੋਜੀ ਜਿਹੜੇ ਸੀਗੇ ਉਹਨਾਂ ਨੇ ਨਾਮ ਦਿੱਤਾ ਸੀ। ਇਹ ਇੰਪੋਰਟੈਂਟ ਗੱਲ ਹੈਗੀ, ਹੈ ਨਾ, ਧਿਆਨ ਰੱਖਣਾ ਆਪਾਂ
ठीक है। तो फस्ट सैशन जिहड़ा बॉम्बे दे विच ही हैल्ड किया गया सी 28 दिसंबर 1885 दे विच। आ भी तुसीं ध्यान रखना है। और सैंसस इनू प्रेजिडेंट जो किया सी यानी कि बनर्जी साहब ने जिहड़े पहले प्रेजिडेंट बने, आ भी आपां ध्यान रखना है। क्लीयर है। चलिए अगे वाला नैक्सट क्वेश्चन अपने को हैगा, हेठ लिखी वित्तीय संस्था या फिर बैंक जिहड़ा हैगा उसकी स्थापना लाला लाजपत राय जिहड़े सीगे उन्हां ने कीती सी, किहड़ा सीगा? तुहानूं पता है 1890 दे विच जिहड़ा एक मूवमेंट स्थापित किया सी स्वदेशी मूवमेंट, वो स्वदेशी मूवमेंट करके ही एक बैंक जिहड़ा है अंग्रेज़ां ने लाला लाजपत राय ते होर 2-3 परसन सीगे उन्हां दी यानी कि सहायता नाल एक बैंक खोलिया सी जिहदा नाम सीगा पंजाब नेशनल बैंक, है ना। तो पंजाब नेशनल बैंक जिहड़ा है इनू कहते ने 1894 दे विच इहदा पहला ऑफिस खोलिया गया सी ते इसने जिहड़ा बिजनेस शुरू किया सी ना वो 1895 दे विच शुरू किया सी। आ तुसीं ध्यान रखना है, ठीक है। तो अज पंजाब नेशनल बैंक तुहानूं पता इंडिया का 2nd नंबर का बैंक हैगा, सब तो वड्डा पहले नंबर ते किहड़ा हैगा तो स्टेट बैंक ऑफ इंडिया हैगा, ठीक है। दूजा नंबर ते किहड़ा पंजाब PNB हैगा। आ तुसीं ध्यान रखना है, ठीक है। आपां गल करिए जिथे नीचे दिता गया है कि देश दे यानी कि लाभ लई अते देश दे आर्थिक हितां नूं अगे वधाउण वास्ते जिहड़ा बैंक की स्थापना की सी 1895 दे विच बिजनेस शुरू किया सी। ध्यान रखना, मैं अगे समझावांगा तुहानूं, ठीक है। तो किहड़ा सीगा? पंजाब नेशनल बैंक सीगा। आ तुसीं ध्यान रखना। तुहानूं अगर पूछा जाए फस्ट स्वदेशी बैंक किहड़ा सीगा ना, फस्ट स्वदेशी बैंक किहड़ा सीगा तुहानूं पूछा जाए, ध्यान रखियो ये सीगा CBI सेंट्रल बैंक ऑफ इंडिया, जिहड़ा प्योरली स्वदेशी बैंक सीगा 1911 दे विच स्थापित किया गया सी, ठीक है। आ तुसीं ध्यान रखना है। जिवें दिता गया पंजाब नेशनल बैंक जो है रजिस्टर्ड ऑन 19 मई 1894 अंडर द इंडियन कंपनीज एक्ट दे विच इहनूं स्थापित किया गया सी लाहौर दे विच, अनारकली बाजार दे विच इन्हां ऑफिस खुलिया। तो इन्हें बिजनेस लई कदों ओपन होया तो 12 अप्रैल 1895 दे विच ओपन होया। तुसीं ध्यान रखना है। तो ये स्वदेशी मूवमेंट दे विच खोलिया गया सी। दयाल सिंह मजीठिया, लाला हरकिशन लाल, लाला लालचंद श्रीकाली, प्रसन्ना रॉय सीगे, ठीक है। बहुत सारे परसन सीगे। तो लाला लाजपत राय जिहड़े सीगे ना ये मेन मैनेजमेंट दे विच सीगे, तां इन्हां दा नाम पहले सब तो पहला रखिया जांदा है ना। आपां ध्यान रखना। तो तुहानूं कदे भी पूछा जाए, मैं वापस कह रहा, स्वदेशी बैंक पूछा जाए भारत का पहला स्वदेशी बैंक किहड़ा सीगा ते वो सीगा 1911 दे विच ओपन होया सी CBI सेंट्रल बैंक ऑफ इंडिया जिहड़ा हैगा वो ओपन होया सी। वो तुसीं ध्यान रखना है। क्लीयर है। होप सो तुहानूं ये सारी चीज़ां जिहड़ी मैं इत्थे दसी है ना ये तुहानूं पता होगी। और भारत दे विच पहला बैंक किहड़ा ओपन होया तो वो याद रखना है हिंदुस्तान बैंक सीगा, ठीक है। हिंदुस्तान बैंक पहला बैंक जिहड़ा भारत दे विच आया सी 1770 दे विच आया सी। आ भी तुसीं ध्यान रखना है। क्लीयर है। होप सो ये गल्लां तुहानूं समझ आई होगी। अगे वाला क्वेश्चन अपने को दिता गया है 1857 की बगावत किस शहीद तो शुरू की सी, यानी कि जी 1857 की बगावत जी हुई सी है ना वो अलग अलग प्रांतां के हिसाब नाल की शुरू हुई सी। तो पहला जिहड़ा सब तो पहला शुरू हुई सी वो हुई सी मेरठ तो। कित्थे हुई सी? मेरठ तो। आ तुसीं ध्यान रखना है। जिवें दिता गया है 10 मई 1857 को मेरठ शहर तो यूपी तो जी है और शुरू की सी। उसके बाद धीरे धीरे जो है इनू पहुँचाया गया। आपां इहदे विच 2-3 चीज़ां खास करके ध्यान रखनी। बहुत बार क्वेश्चन पूछे गए हैं, मैनूं पंजाबी दे विच मिले ने, आ हिंदी दे विच ही लिखे हुए हैं। इंग्लैंड के उस समय के प्रधानमंत्री कौन से जदों मतलब 1857 की क्रांति शुरू की सी उदों प्रधानमंत्री कौन सन इंग्लैंड के? तो पाल्मस्टन जिहड़े सीगे वो इंग्लैंड के प्रधानमंत्री सीगे। तो इंडिया दे विच गवर्नर जनरल कौन सीगे? तो लॉर्ड कैनिंग थे। ठीक है। आप ध्यान रखना, मोस्ट इंपोर्टेंट अपने लिए, ठीक है। आप पूछा जा सकता है। तो विद्रोह के समय कंपनी के मुख्य सेनापति जिहड़ा कंपनी सी ईस्ट इंडिया कंपनी वो सेनापति कौन सी? मेन तो जॉर्ज एनिसन जिहड़े सीगे वो सीगे। तो उदों बाद कोलिन कैंपबेल सीगे। ते भारत का उदों सम्राट कौन हुंदा सी? तुहानूं पता है मुगल सम्राट चलदा सी उदों, है ना, मुगल साम्राज्य सीगा। ते बहादुर शाह जफर जिहड़े सीगे ये सीगे। आपां ध्यान रखना है ना। दिल्ली तो मैनेज कर रहे सी बहादुर शाह जफर। एक क्वेश्चन बहुत बार एग्जाम के पूछा गया है ना, ये इंपोर्टेंट मुद्दा हैगा, तुसीं ध्यान रखना है। क्लीयर है। चलो आपां गल करते हैं जिहड़े 1857 की जिहड़ी क्रांति सी ना उहदे उत्ते किने किहड़ी बुक लिखी है। बहुत बार एग्जाम के आ पहली जिहड़ी बुक है ना विनायक दामोदर दास सावरकर द्वारा जिहड़ी लिखी गई है आदा बहुत बार पूछी गई है पहला भी। तो फर्स्ट वॉर ऑफ इंडिपेंडेंस है ना, आ बुक के लेखक कौन सीगे? विनायक दामोदर सावरकर सीगे। द ग्रेट रिबेलियन जी है अशोक मेहता द्वारा लिखी गई ने। तो उसके बाद सिपोए
इम्यूनिटी एंड द रिवोल्ट ऑफ 1857 RC मजूमदार, ठीक है। 1857 SN सेन आ भी बहुत बार पहला बुक आ गई है। तो रिविलियन 1857 PC जोशी, हिस्ट्री ऑफ इंडियन म्यूटिनी TR होम्स, तो कॉलेज ऑफ द इंडियन म्यूटिनी सर सैयद अहमद खान। ये बुकां तुसीं ध्यान रखनी है ना, ये कदे किसी के एग्जाम के विच पूछी जा सकती है, आप ध्यान रखनी। अगे वाला क्वेश्चन हैगा हेठ लिखे विचों किस पाकिस्तानी नागरिक नूं भारत रत्न नाल सम्मानित किया गया, यानी कि भारत रत्न केड़ा हैगा अपना, तुहानूं पता है इंडिया का सब तो वड्डा है ना, सब तो वड्डा जिहड़ा सम्मान है वो केड़ा दिया जाता है, भारत रत्न है ना। तो भारत रत्न सब तो वड्डा किहनूं मिलिया है, आपां पुछ जिहड़ा पाकिस्तानी सीगा, पाकिस्तानी नागरिक सीगा, ते सीगे खान अब्दुल गफ्फार खान सीगे। कौन सीगे? अब्दुल गफ्फार खान, ध्यान रखियो तुसी, ठीक है। इन्हां नूं 1987 ਦੇ ਵਿੱਚ ਇਹ ਪ੍ਰਾਈਜ਼ ਜਿਹੜਾ ਦਿੱਤਾ ਗਿਆ ਹੈ, ਆਪਾਂ ਧਿਆਨ ਰੱਖਣਾ ਹੈ, ਠੀਕ ਹੈ। ਤੇ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਇਹਦੀ, ਇਹ ਅਬਦੁਲ ਗਫਾਰ ਖਾਨ ਜਿਹੜੇ ਸੀਗੇ ਇਹਨਾਂ ਨੂੰ ਫਰੰਟੀਅਰ ਗਾਂਧੀ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਸੀ। ਕਿਉਂ? ਕਿਉਂਕਿ ਇਹ ਗਾਂਧੀ ਦੇ ਨਾਲ ਰਹਿੰਦੇ ਸੀ, ਮਹਾਤਮਾ ਗਾਂਧੀ ਦੇ ਨਾਲ ਰਹਿੰਦੇ ਸੀ, ਠੀਕ ਹੈ। ਆ ਤੁਸੀਂ ਧਿਆਨ ਰੱਖਣਾ ਹੈ। ਤੋ ਔਰ ਦੂਜੀ ਗੱਲ ਆਪਾਂ ਦੱਸਾਂ ਤੇ 1987 ਦੇ ਵਿੱਚ ਇਹਨਾਂ ਨੂੰ ਹਾਈਐਸਟ ਸਿਵਿਲੀਅਨ ਅਵਾਰਡ ਜਿਹੜਾ ਉਹ ਦਿੱਤਾ ਗਿਆ ਸੀ, ਤੇ ਇਹਦੀ ਇਹਨਾਂ ਦੀ ਮਰਤਿਊ ਜਿਹੜੀ ਹੋਈ ਸੀ ਉਹ ਹੋਈ ਸੀ 1988 ਦੇ ਵਿੱਚ। ਆ ਵੀ ਤੁਸੀਂ ਧਿਆਨ ਰੱਖਣਾ ਹੈ ਨਾ। ਇਹ ਇੰਪੋਰਟੈਂਟ ਮੁੱਦੇ ਨੇ, ਠੀਕ ਹੈ, ਤੁਹਾਨੂੰ ਖਾਸ ਕਰਕੇ ਖਿਆਲ ਰੱਖਣਾ ਇਹਦਾ, ਠੀਕ ਹੈ। ਤੇ ਇਹ ਆਪਾਂ ਆ ਵੀ ਕਹਿ ਸਕਦੇ ਹਾਂ ਪ੍ਰੈਜ਼ੀਡੈਂਟ ਰਹੇ ਖਿਲਾਫਤ ਕਮਿਊਨਿਟੀ ਜਿਹੜੀ ਸੀਗੀ, ਕਮੇਟੀ ਜਿਹੜੀ ਸੀਗੀ ਉਹਦੇ, ਹੈ ਨਾ, डिस्ट्रिक्ट खिलाफत कमेटी जी सी प्रेजिडेंट भी सी, आ भी आप ध्यान रखना है, ठीक है। चलिए आगे देखते हैं। हाँ, ये है कि मुरारजी देसाई, ये मुरारजी देसाई तुहानूं पता है भारत के प्रेजिडेंट भी रहे हैं, ठीक है। ये मुरारजी देसाई एकमात्र इहो जे इंडियन परसन ने जिन्हां नूं भारत रत्न भी दिता गया है, तो निशान ए पाकिस्तान जिहड़ा जिवें भारत रत्न भारत का सब तो वड्डा पुरस्कार है ना, उवें पाकिस्तान का सब तो वड्डा पुरस्कार निशान ए पाकिस्तान, ते निशान ए पाकिस्तान भी इन्हां नूं दिता गया है ना। आ भी तुसीं ध्यान रखना, एडिशनल इनफॉर्मेशन है तुहाडे कदों पूछी जाए तो याद रखियो तुसीं। देश भगत कविता सरफरोशी की तमन्ना किस द्वारा लिखी गई है? ध्यान रखियो तुसीं, मोस्ट इंपोर्टेंट हो सकती है, आपां नूं पूछी भी जा सकती है, ठीक है। तो आप इत्थे गल करिए कि करतार सिंह ਜਿਹੜੇ ਸੀਗੇ ਉਹਨਾਂ ਵੱਲੋਂ ਜਾਂ ਫਿਰ ਰਾਮ ਪ੍ਰਸਾਦ ਬਿਸਮਿਲ ਸੀਗੇ, ਤੇ ਇਹਦਾ ਰਾਈਟ ਆਨਸਰ ਜਿਹੜਾ ਹੈ ਉਹ ਕੀ ਆਊਗਾ? ਤੇ ਆਪਣੇ ਕੋਲੇ ਜਿਵੇਂ ਦਿੱਤਾ ਗਿਆ ਹੈ, ਠੀਕ ਹੈ, ਮੁਹੰਮਦ ਇਕਬਾਲ ਸੀਗੇ ਜਾਂ ਫਿਰ ਬਕੀਮ ਚੰਦਰ ਚੈਟਰਜੀ, ਤੇ ਇਹਦਾ ਰਾਈਟ ਆਨਸਰ ਜਿਹੜਾ ਹੈ ਉਹ ਕਿਹੜਾ ਹੈ? ਬਕੀਮ ਚੰਦਰ ਚੈਟਰਜੀ ਜਿਹੜਾ ਹੈ, ਠੀਕ ਹੈ। ਆਪਾਂ ਕਹਿ ਸਕਦੇ ਹਾਂ, ਸੌਰੀ, ਰਾਮ ਪ੍ਰਸਾਦ ਬਿਸਮਿਲ ਨੇ ਲਿਖੀ ਸੀ, ਰਾਮ ਪ੍ਰਸਾਦ ਬਿਸਮਿਲ ने लिखी सी, माफ़ी चाहवागा, राम प्रसाद बिस्मिल द्वारा एक कविता जी है लिखी गई हैगी, ठीक है, सरफरोशी की तमन्ना है, ठीक है। तो आप कह सकते हैं राम प्रसाद बिस्मिल, सरफरोशी की तमन्ना मेरे दिल में है, देखना है जोर कितना बाजुए कातिल में है ना, ये इनके द्वारा लिखी गई थी, आप ध्यान रखना है। चलो आगे देखते हैं। इंग्लैंड विच एक ब्रिटिश अधिकारी की हत्या करने वाला पहला भारतीय क्रांतिकारी कौन सीगा, है ना, पहला भारतीय क्रांतिकारी कौन सी? तुहानूं पता है आपां कल जलियांवाला बाग दे बारे भी पढ़िया सी, मैं उदों भी दस्सिया सी तुहानूं, ते ओह नहीं सी। हुण आपां इत्थे गल करदे हां, ये सीगे मदन लाल धिंगड़ा, ठीक है, जिहड़े इंग्लैंड दे विच अपनी एजुकेशन पूरी करन वास्ते गए सी। उत्थे उन्हां नूं जिहड़ी खबर मिलदी सी भी भारत दे विच ये हो गया, ते ओह वेख के उन्हां ने उत्थे ही एक विले नां दा बंदा सीगा, ठीक है, ओहदी उन्हां ने उत्थे हत्या कर दी सी। पहले भारतीय आज़ादी दे यानी कि चिन्ह सन जिन्हां ने की कीता सी, उत्थे 1 जुलाई 1909 नूं इंग्लैंड विच एक ब्रिटिश अधिकारी, है ना, कर्नल विली जिहड़ा सीगा, सॉरी कर्जन विली जिहड़ा सीगा, ओहदा यानी कि इन्हां ने हत्या कर दी सी, ठीक है। तो उत्थे आपां कह सकते हैं इन्हां दी बॉडी भी वापस नहीं आई, ठीक है, उत्थे फांसी दे दी गई सी इन्हां नूं। हीरो वी फॉरगेट जिन्हां नूं आपां भुल गए, 17 अगस्त 1909 ਨੂੰ ਇਹਨਾਂ ਨੂੰ ਫਾਂਸੀ ਦਿੱਤੀ ਗਈ ਸੀ ਉਹਦੇ ਉੱਥੇ, ਠੀਕ ਹੈ। ਸਰ ਵਿਲੀਅਮਸ ਕਰਜ਼ਨ ਵਿਲੇ ਜਿਹੜੇ ਸੀਗੇ ਇਹਨਾਂ ਨੂੰ ਉੱਥੇ ਕੀ ਹੈ ਇਹਨਾਂ ਨੇ ਮਾਰ ਗਿਰਾਇਆ ਸੀ, ਤੇ ਆਪਾਂ ਕਹਿ ਸਕਦੇ ਹਾਂ, ਤੇ ਇਹਨਾਂ ਨੂੰ ਉੱਥੇ ਫਾਂਸੀ ਵੀ ਦਿੱਤੀ ਗਈ, ਠੀਕ ਹੈ। ਆ ਵੀ ਆਪਾਂ ਧਿਆਨ ਰੱਖਣਾ ਹੈ, ਕਲੀਅਰ ਹੈ। ਤੇ ਹੋਪ ਸੋ ਤੁਹਾਨੂੰ ਇਹ ਚੀਜ਼ਾਂ ਜਿਹੜੀ ਮੈਂ ਸਮਝਾ ਰਿਹਾ ਅੱਛੀ ਤਰੀਕੇ ਨਾਲ ਸਮਝ ਆ ਰਹੀ ਹੈ।
ਅੱਗੇ ਵਾਲਾ ਦੇਖਦੇ ਹਾਂ ਆਪਾਂ। ਜਦੋਂ ਕਾਮਾਗਾਟਾ ਮਾਰੂ ਜਿਹੜਾ ਜਹਾਜ਼ ਸੀਗਾ ਉਹ ਭਾਰਤ ਪਹੁੰਚਿਆ ਹੈ ਨਾ, ਭਾਰਤ ਪਰਤਿਆ, ਇਹ ਕਿਸ ਜਗ੍ਹਾ ਦੇ ਤੇ ਡੋਕ ਕੀਤਾ ਗਿਆ ਸੀ? ਡੋਕ ਮਤਲਬ ਜਿੱਥੇ ਇਹਨੂੰ ਰੋਕਿਆ ਗਿਆ ਸੀ, ਜਾਂ ਫਿਰ ਕਹਿ ਸਕਦੇ ਹਾਂ ਜਿੱਥੇ ਜਿਹੜਾ ਕਿਹੜਾ ਪੋਰਟ ਸੀਗਾ ਜਿੱਥੇ ਆਪਾਂ ਇਹਦੀ ਜੋ ਸਪਲਾਈ ਸੀਗੀ ਉਹ ਆਪਾਂ ਮੰਗਵਾਈ ਜਾਂ ਫਿਰ ਇਹਨੂੰ ਆਪਾਂ ਰਿਸੀਵ ਕੀਤਾ। ਠੀਕ ਹੈ, ਉਹ ਪੋਰਟ ਸੀਗਾ ਬਜਬਜ ਘਾਟ। ਕਿਹੜਾ ਸੀਗਾ? ਬਜਬਜ ਘਾਟ ਸੀਗਾ। ਕਿੱਥੇ ਹੈਗਾ ਇਹ ਬਜਬਜ ਘਾਟ ਜਿਹੜਾ ਹੈ? ਠੀਕ ਹੈ, ਆਪਾਂ ਨੂੰ ਦੇਖੋ ਦਿੱਤਾ ਗਿਆ ਹੈ ਨਾ। ਇੱਕ ਜਾਪਾਨੀ ਜਹਾਜ਼ ਸੀਗਾ ਕਾਮਾਗਾਟਾ ਮਾਰੂ ਜਿਹੜਾ ਜਹਾਜ਼ ਸੀਗਾ, ਕੈਨੇਡਾ ਦੁਆਰਾ ਬਣਾਏ ਗਏ ਬੇਦਖਲੀ ਦੇ ਕਾਨੂੰਨਾਂ ਨੂੰ ਯਾਨੀ ਕਿ ਚੁਣੌਤੀ ਦੇਣ ਅਤੇ ਭਾਰਤੀ ਜਿਹੜੀ ਯਾਨੀ ਕਿ ਪ੍ਰਵਾਸੀਆਂ ਲਈ ਕੈਨੇਡਾ ਦੇ ਦਰਵਾਜ਼ੇ ਖੋਲ੍ਹਣ ਵਾਸਤੇ ਯਾਨੀ ਕਿ ਇਹ ਭੇਜਿਆ ਗਿਆ ਸੀ ਉੱਥੇ। ਠੀਕ ਹੈ, ਔਰ ਆਪਾਂ ਕਹਿ ਸਕਦੇ ਹਾਂ ਉਦੋਂ ਗੋਲੀਬਾਰੀ ਵੀ ਕੀਤੀ ਗਈ ਸੀ। ਅਤੇ ਬਾਅਦ 'ਚ ਇਹਦਾ ਨਾਂ ਜਿਹੜਾ ਹੈਗਾ ਨਾ ਹੈ ਨਾ, ਇਹਦਾ ਨਾਂ ਜਿਹੜਾ ਹੈਗਾ ਉਹ ਗੁਰੂ ਨਾਨਕ ਜਹਾਜ਼ ਵੀ ਦਿੱਤਾ ਗਿਆ ਹੈ। ਕਦੇ ਕਿਹਨੇ ਦਿੱਤਾ ਸੀ? ਇਹ ਸ਼ਿਪ ਬੋਰਡਡ ਬਾਏ ਬਾਬਾ ਗੁਰਜੀਤ ਸਿੰਘ ਦੁਆਰਾ ਇਹਨੂੰ ਬੋਰਡਡ ਕੀਤਾ ਗਿਆ ਸੀ ਉੱਥੇ। ਠੀਕ ਹੈ, ਔਰ ਤੁਹਾਨੂੰ ਕਦੇ ਪੁੱਛਿਆ ਜਾਏ ਕਿ ਇਹਦਾ ਨਾਂ ਕਾਮਾਗਾਟਾ ਮਾਰੂ ਦਾ ਨਾਂ ਕੀ ਸੀਗਾ ਦੂਜਾ, ਤੇ ਗੁਰੂ ਨਾਨਕ ਜਹਾਜ਼ ਵੀ ਇਹਨੂੰ ਨਾਂ ਦਿੱਤਾ ਗਿਆ ਸੀ। ਆ ਵੀ ਇੰਪੋਰਟੈਂਟ ਹੈ, ਧਿਆਨ ਰੱਖਿਓ ਤੁਸੀਂ। ਠੀਕ ਹੈ, ਚਲੋ ਵਾਸਕੋ ਡੀ ਗਾਮਾ ਜਿਹੜਾ ਸੀਗਾ ਉਹ ਭਾਰਤ ਨੂੰ ਜਾਣ ਵਾਲੇ ਸਮੁੰਦਰੀ ਰਸਤੇ ਦੀ ਖੋਜ ਕਦੇ ਕੀਤੀ? ਉਹਨੇ ਖੋਜ ਕਦੋਂ ਕੀਤੀ? ਠੀਕ ਹੈ, ਤੋਂ 1498 ਦੇ ਵਿੱਚ ਕੀਤੀ ਸੀ, ਧਿਆਨ ਰੱਖਿਓ। ਦੇਖੋ ਵਾਸਕੋ ਡੀ ਗਾਮਾ ਜਿਹੜਾ ਸੀਗਾ ਪੁਰਤਗਾਲੀ ਸੀਗਾ, ਤੁਹਾਨੂੰ ਪਤਾ ਖੋਜੀ ਸੀ ਜਿਸਨੇ 1498 ਵਿੱਚ ਭਾਰਤ ਦੇ ਸਮੁੰਦਰੀ ਰਸਤੇ ਦੀ ਯਾਨੀ ਖੋਜ ਕੀਤੀ ਸੀ। ਉਹ 20 ਮਈ 1498 ਨੂੰ ਭਾਰਤ ਵਿੱਚ ਕਾਲੀਕਟ ਪਹੁੰਚਿਆ ਸੀ। ਕਾਲੀਕਟ ਕਿੱਥੇ ਹੈਗਾ? ਤਾਂ ਇਹ ਕੇਰਲ ਦੇ ਵਿੱਚ ਹੈਗਾ। ਦੇਖੋ ਇਹ ਲਿਸਬਨ ਤੋਂ ਚੱਲਿਆ ਸੀ ਹੈ ਨਾ, ਅਤੇ ਆ ਪਹੁੰਚਦੇ ਇੱਥੇ ਆਇਆ। ਠੀਕ ਹੈ, ਕੋਪ ਆਫ ਗੁੱਡ ਹੋਪ ਦੇ ਵਿੱਚ ਪਹੁੰਚਿਆ, ਫਿਰ ਇੱਥੋਂ ਧੀਰੇ ਧੀਰੇ ਕਰਕੇ ਔਰ ਕਾਲੀਕਟ ਜਿਹੜਾ ਹੈਗਾ ਆਪਣਾ ਹੈ ਨਾ ਕੇਰਲ ਦੇ ਵਿੱਚ ਕੋਚੀ ਕਰਕੇ ਉੱਥੇ ਕੀ ਹੈ ਇਹ ਡਾਇਰੈਕਟ ਆਇਆ ਸੀ। ਆਪ ਧਿਆਨ ਰੱਖਣਾ ਹੈ, ਇਹ ਵਾਸਕੋ ਡੀ ਗਾਮਾ ਸੀ ਜਿਹਨੇ ਕਿਹਾ ਸਮੁੰਦਰੀ ਰਸਤੇ ਦੀ ਜਿਹੜੀ ਹੈਗੀ ਉਹ ਪੂਰਾ ਮਤਲਬ ਉਹਨੇ ਖੋਜ ਕੀਤਾ ਸੀ। ਆਪਾਂ ਧਿਆਨ ਰੱਖਣਾ ਹੈ। ਬਨਾਰਸ ਹਿੰਦੂ ਯੂਨੀਵਰਸਿਟੀ ਜਿਹੜੀ ਹੈਗੀ, ਠੀਕ ਹੈ, ਇਹਦੇ ਸੰਸਥਾਪਕ ਕੌਣ ਸੀ? ਸਵਾਮੀ ਦਇਆਨੰਦ ਸਰਸਵਤੀ ਸੀਗੇ, ਸਵਾਮੀ ਵਿਵੇਕਾਨੰਦ ਸੀਗੇ, ਰਾਜਾ ਰਾਮ ਮੋਹਨ ਰਾਏ ਸੀਗੇ, ਜਾਂ ਮਦਨ ਮੋਹਨ ਮਾਲਵੀਆ ਸੀਗੇ? ਤੇ ਇਹਦਾ ਰਾਈਟ ਆਨਸਰ ਕੀ ਆਊਗਾ? ਤੇ ਮਦਨ ਮੋਹਨ ਮਾਲਵੀਆ। ਠੀਕ ਹੈ, ਜਿਹੜੇ ਸੀਗੇ ਇਹਨਾਂ ਨੇ 1916 ਦੇ ਵਿੱਚ 1916 ਦੇ ਵਿੱਚ ਕੀ ਹੈ BSU ਦੀ ਸਥਾਪਨਾ ਕੀਤੀ ਸੀ। ਔਰ ਇਹ ਕਹਿ ਸਕਦੇ ਹਾਂ ਪਹਿਲੀ ਹਿੰਦੂ ਯੂਨੀਵਰਸਿਟੀ ਸੀਗੀ ਜਿਹਦੀ ਇਹਨਾਂ ਨੇ ਸਥਾਪਨਾ ਕੀਤੀ ਸੀ। ਆਪਾਂ ਮਦਨ ਮੋਹਨ ਮਾਲਵੀਆ ਦੀ ਗੱਲ ਕਰੀਏ, 25 ਦਸੰਬਰ 1861 ਨੂੰ ਇਹਨਾਂ ਦੀ ਜਨਮ ਹੁੰਦਾ ਹੈ, ਅਤੇ 1946 ਦੇ ਵਿੱਚ ਇਹਨਾਂ ਦੀ ਡੈਥ ਹੋ ਜਾਂਦੀ ਹੈ। ਠੀਕ ਹੈ, ਜਿਹੜੇ ਆਪਾਂ ਕਹਿ ਸਕਦੇ ਹਾਂ ਅਲੱਗ-ਅਲੱਗ ਯਾਨੀ ਇਹਨਾਂ ਨੇ ਕਹਿ ਸਕਦੇ ਹਾਂ ਵੀ ਕੰਮ ਕੀਤੇ ਇੰਡੀਆ ਦੇ ਵਿੱਚ। 1960 ਦੇ ਵਿੱਚ ਸਭ ਤੋਂ ਵੱਡਾ ਕੰਮ ਇਹੀ ਸੀਗਾ ਇਹਨਾਂ ਦਾ ਕਿ ਇਹਨਾਂ ਨੇ ਫਾਊਂਡੇਸ਼ਨ ਸਟੋਨ ਰੱਖੀ ਕਿਹਦੀ? ਬਨਾਰਸ ਹਿੰਦੂ ਯੂਨੀਵਰਸਿਟੀ ਦੀ। ਕਲੀਅਰ ਹੈ, ਆ ਤੁਸੀਂ ਧਿਆਨ ਰੱਖਣਾ ਹੈ। ਅਤੇ ਆਪਾਂ ਆ ਵੀ ਕਹਿ ਸਕਦੇ ਹਾਂ ਇਹਨਾਂ ਨੂੰ ਭਾਰਤ ਰਤਨ ਕਦੋਂ ਦਿੱਤਾ ਗਿਆ ਸੀ? ਤਾਂ 2014 ਵਿੱਚ ਇਹਨਾਂ ਨੂੰ ਭਾਰਤ ਰਤਨ ਦਿੱਤਾ ਗਿਆ ਸੀ। ਕਲੀਅਰ ਹੈ, ਅਤੇ 1946 ਦੇ ਵਿੱਚ ਇਹਨਾਂ ਦੀ ਡੈਥ ਹੋ ਗਈ। ਤੁਹਾਨੂੰ ਅਗਰ ਪੁੱਛਿਆ ਜਾਏ ਸਭ ਤੋਂ ਕਮ ਉਮਰ ਹੈ ਨਾ, ਸਭ ਤੋਂ ਕਮ ਉਮਰ ਯਾਨੀ ਕਿ ਸਭ ਤੋਂ ਕਮ ਏਜ ਦੇ ਵਿੱਚ ਕਿਹਨੂੰ ਭਾਰਤ ਰਤਨ ਮਿਲਿਆ ਸੀ ਹੈ ਨਾ, ਭਾਰਤ ਰਤਨ ਮਿਲਿਆ ਸੀ? ਆ ਤੁਸੀਂ ਕਮੈਂਟ ਕਰਕੇ ਦੱਸਣਾ ਹੈ। ਸਭ ਤੋਂ ਕਮ ਉਮਰ ਦੇ ਵਿੱਚ ਕਿਹਨੂੰ ਭਾਰਤ ਰਤਨ ਮਿਲਿਆ ਸੀ? ਆ ਤੁਸੀਂ ਕਮੈਂਟ ਕਰਕੇ ਦੱਸਣਾ ਹੈ। ਅਤੇ ਹੋਪ ਸੋ ਤੁਹਾਨੂੰ ਮੇਰੇ ਲੈਕਚਰ ਵਧੀਆ ਲੱਗ ਰਹੇ ਨੇ, ਧੀਰੇ ਧੀਰੇ ਪੰਜਾਬੀ ਵੀ ਮੇਰੀ ਬਹੁਤ ਵਧੀਆ ਹੋ ਰਹੀ ਹੈ ਅਤੇ ਤੁਸੀਂ ਕੀ ਕਰਨਾ ਹੈ, ਇਹਨੂੰ ਜ਼ਿਆਦਾ ਤੋਂ ਜ਼ਿਆਦਾ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਹੈ। ਠੀਕ ਹੈ, ਅਤੇ ਆਪਣੇ ਜੋ ਵੀ ਯਾਨੀ ਕਿ ਕਮੈਂਟ ਬਾਰੇ ਤੁਸੀਂ ਦੱਸਣਾ ਚਾਹੋ ਵੀ ਕਿਵੇਂ ਕੁਝ ਹੋਰ ਸੁਧਾਰ ਕਰੀਏ ਜਾਂ ਫਿਰ ਕਿਹੜੇ ਜੀ ਆਪ ਤੁਹਾਨੂੰ ਵੀਡੀਓ ਚਾਹੀਦੇ ਨੇ, ਠੀਕ, ਉਹ ਵੀ ਤੁਸੀਂ ਦੱਸ ਸਕਦੇ ਹੋ। ਆਪਾਂ ਉਹਦੇ ਉੱਤੇ ਪੂਰਾ ਧਿਆਨ ਕਰਕੇ ਤੁਹਾਨੂੰ ਉਹ ਸਾਰੀ ਚੀਜ਼ਾਂ ਆਪਾਂ ਪ੍ਰੋਵਾਈਡ ਕਰਵਾਵਾਂਗੇ। ਠੀਕ ਹੈ, ਅਤੇ ਧੀਰੇ ਧੀਰੇ ਤੁਸੀਂ ਸਾਰੇ ਬੱਚੇ ਜਿਹੜੇ ਹੈ ਮੈਂ ਹੋਪ ਕਰਦਾ ਕਿ ਇਹ ਲੈਕਚਰ ਤੁਹਾਨੂੰ ਪਸੰਦ ਆਊਗਾ। ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਓ। ਜੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਇੱਕ ਵਾਰੀ ਹੈ ਨਾ, ਜ਼ਰੂਰ ਯਾਦ ਕਰਕੇ। ਚਲੋ ਅੱਜ ਦਾ ਲੈਕਚਰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਠੀਕ ਹੈ, ਅਤੇ ਤੁਸੀਂ ਆਪਣੇ ਦੋਸਤਾਂ ਨਾਲ ਇਹਨੂੰ ਸ਼ੇਅਰ ਕਰੋ ਅਤੇ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਹੈਗੇ ਜੁੜਨ ਦੀ ਕੋਸ਼ਿਸ਼ ਕਰੋ। ਆਪਾਂ ਨਵੀਂ ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਠੀਕ ਹੈ, ਚਲਿਏ, ਥੈਂਕ ਯੂ ਸੋ ਮਚ, ਬਾਏ ਬਾਏ, ਟੇਕ ਕੇਅਰ।